ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਸਿੱਖ ਧਰਮ ਦੇ ਮਾਨਮੱਤੇ ਇਤਿਹਾਸ ਦੇ ਵਿੱਚੋਂ ਕੋਈ ਨਾ ਕੋਈ ਇਹੋ ਜਿਹੇ ਕਿਸੇ ਯੋਧੇ ਜਰਨੈਲ ਦਾ ਲਾਸਾਨੀ ਇਤਿਹਾਸ ਜਾਂ ਆਪਣੇ ਇਤਿਹਾਸ ਦੇ ਕੁਝ ਉਹ ਵੱਡਮੁੱਲੇ ਜਿਹੜੇ ਨੇ ਪਲ ਜਿਹੜੇ ਸਮਾਜ ਸਾਡੀ ਆਉਣ ਵਾਲੀ ਜਨਰੇਸ਼ਨ ਨੂੰ ਕੋਈ ਨਾ ਕੋਈ ਸੇਧ ਦੇਣ, ਉਹ ਆਪ ਜੀ ਦੇ ਨਾਲ ਸਾਂਝ ਕਰਨ ਦਾ ਨਿਮਾਣਾ ਜਿਹਾ ਯਤਨ ਕੀਤਾ ਜਾਂਦਾ ਹੈ। ਸੋ ਅੱਜ ਕੌਮ ਦੇ ਉਸ ਮਹਾਨ ਸ਼ਹੀਦ, ਜਿਸ ਸ਼ਹੀਦ ਦਾ ਸਿੱਖ ਹਰ ਵਕਤ ਜਦੋਂ ਵੀ ਅਰਦਾਸ ਕਰਦਾ ਉਹਦਾ ਨਾਮ ਜ਼ਰੂਰ ਲੈਂਦਾ ਹੈ, ਅੱਜ ਉਸ ਸ਼ਹੀਦ ਦਾ ਲਾਸਾਨੀ ਸ਼ਹੀਦੀ ਦਿਹਾੜਾ ਹੈ, ਜਿੱਥੇ ਅੱਜ ਸਾਵਣ ਦੇ ਮਹੀਨੇ ਦੀ ਸ਼ੁਰੂਆਤ ਹੈ। ਉੱਥੇ ਨਾਲ ਹੀ ਨਾਲ ਇੱਕ ਉਹ ਸ਼ਹੀਦ ਜਿਸ ਸ਼ਹੀਦ ਦਾ ਹਰ ਰੋਜ਼ ਸਾਧ ਸੰਗਤ ਅਰਦਾਸ ਦੇ ਵਿੱਚ ਜ਼ਿਕਰ ਹੁੰਦਾ ਹੈ ਕਿ ਜਿਨ੍ਹਾਂ ਨੇ ਖੋਪੜ ਲਵਾਏ। ਖੋਪੜ ਲਵਾਉਣ ਦਾ ਜੇ ਜ਼ਿਕਰ ਇਤਿਹਾਸ ਦੇ ਵਿੱਚੋਂ ਲੱਭੀਏ ਤੇ ਸ਼ਾਇਦ ਇੱਕੋ ਇੱਕ 18 ਸਾਲ ਦੇ ਉਹ ਨੌਜਵਾਨ ਗੱਭਰੂ ਭਾਈ ਸਾਹਿਬ ਭਾਈ ਤਾਰੂ ਸਿੰਘ ਦੀ ਸ਼ਹਾਦਤ ਆਉਂਦੀ ਹੈ, ਜਿਹਦਾ ਖੋਪੜ ਲਵਾਇਆ ਗਿਆ। ਸੋ ਅੱਜ ਦੇ ਦਿਨ ਨਖਾਸ ਚੌਕ ਲਾਹੌਰ ਦੇ ਵਿੱਚ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਦਾ ਖੋਪੜ ਲਵਾ ਕੇ, ਖੋਪੜ ਤੇ ਅੱਜ ਤੋਂ 22 ਦਿਨ ਪਹਿਲਾਂ ਲੱਥਾ ਸੀ, ਪਰ ਅੱਜ ਦੇ ਦਿਨ ਭਾਈ ਸਾਹਿਬ ਜਿਹੜੇ ਨੇ ਉਹ ਉੱਥੇ ਸ਼ਹਾਦਤ ਨੂੰ ਪ੍ਰਾਪਤ ਉਹਨਾਂ ਨੇ ਕੀਤਾ। 22 ਦਿਨ ਖੋਪੜ ਤੋਂ ਬਗੈਰ ਭਾਈ ਸਾਹਿਬ ਜਿਹੜੇ ਨੇ ਉਹ ਇਸ ਸੰਸਾਰ ਦੇ ਵਿੱਚ ਸਰੀਰ ਕਰਕੇ ਜਿਉਂਦੇ ਰਹੇ ਨੇ। ਉਂਝ ਤੇ ਵਿਚਾਰਧਾਰਕ ਤੌਰ ਤੇ ਅਜੇ ਤੱਕ ਵੀ ਭਾਈ ਸਾਹਿਬ ਦੀ ਵਿਚਾਰਧਾਰਾ ਜਿਹੜੀ ਉਹ ਜਿਉਂਦੀ ਹੈ, ਪਰ ਸਰੀਰ ਕਰਕੇ ਖੋਪੜ ਲਵਾਉਣ ਤੋਂ 22 ਦਿਨ ਇਸ ਧਰਤੀ ਦੇ ਵਿੱਚ ਜਿਉਂਦੇ ਰਹੇ ਨੇ। ਇਹੋ ਜਿਹੇ ਉਸ ਮਹਾਨ ਜਰਨੈਲ ਦਾ ਜਿਹੜਾ ਜਨਮ ਹੈ ਉਹ ਪੂਲੇ ਪਿੰਡ ਦੇ ਵਿੱਚ ਹੁੰਦਾ ਹੈ, ਅੰਮ੍ਰਿਤਸਰ ਦੇ ਲਾਗੇ। ਸਾਧ ਸੰਗਤ, ਇਹ ਉਹ ਸਮਾਂ ਸੀ ਜਦੋਂ ਗੁਰੂ ਕਾਲ ਤੋਂ ਬਾਅਦ ਸਮੇਂ ਦੀਆਂ ਸਰਕਾਰਾਂ ਨੇ ਸਿੱਖਾਂ ਦੇ ਵਾਸਤੇ ਇਹ ਹੁਕਮ ਜਾਰੀ ਕੀਤੇ ਹੋਏ ਸੀ ਕਿ ਨਾਨਕ ਪ੍ਰਸਤਨ ਵਾ ਕਤਲ ਰਸਨ, ਬਈ ਦੁਨੀਆ ਦੇ ਜਿਸ ਕੋਨੇ ਦੇ ਵਿੱਚ ਵੀ ਗੁਰੂ ਨਾਨਕ ਦਾ ਸਿੱਖ ਮਿਲੇ ਤੇ ਉਹਦਾ ਕਤਲ ਕਰ ਦਿੱਤਾ ਜਾਏ। ਲੋਕੀ ਜਿੱਦਾਂ ਸ਼ਿਕਾਰੀ ਕੁੱਤੇ ਆਪਣਾ ਸ਼ਿਕਾਰ ਲੱਭਦੇ ਨੇ, ਇਸੇ ਤਰ੍ਹਾਂ ਜਿਹੜੇ ਨੇ ਅਹਿਲਕਾਰ ਭਾਵੇਂ ਹਰ ਭਗਤ ਨਰਿੰਜਨੀਏ ਵਰਗੇ ਹੋਣ, ਇਹ ਮੌਕੇ ਦੀ ਤਾੜ ਦੇ ਵਿੱਚ ਵੀ ਕਿਤੇ ਨਾ ਕਿਤੇ ਕੁਝ ਸਿੱਖਾਂ ਦਾ ਪਤਾ ਲੱਗੇ, ਕਿਉਂਕਿ ਸਿੱਖਾਂ ਦੇ ਸਿਰਾਂ ਦੇ ਮੁੱਲ ਸੀ ਉਹਨਾਂ ਸਮਿਆਂ ਦੇ ਵਿੱਚ। ਇਸ ਕਰਕੇ ਇੱਕ ਤੇ ਸਮੇਂ ਦੀ ਸਰਕਾਰ ਦੇ ਵਿੱਚ ਆਪਣਾ ਇੱਕ ਰੁਤਬਾ ਪੇਸ਼ ਕਰਨ ਵਾਸਤੇ ਵੀ ਇਹੀ ਮੁਗਲੀਆ ਸਰਕਾਰ ਦੇ ਬਹੁਤ ਜ਼ਿਆਦਾ ਵਫਾਦਾਰ ਹਨ। ਨਾਲ ਹੀ ਨਾਲ ਸਾਧ ਸੰਗਤ ਇਨਾਮ ਦੀ ਲਾਲਚ ਦੇ ਵਿੱਚ ਆ ਕੇ ਬਹੁਤ ਹੀ ਸਿੰਘ ਜਿਹੜੇ ਸੀ ਉਹਨਾਂ ਨੂੰ ਇਹਨਾਂ ਨੇ ਸ਼ਹੀਦ ਕਰਵਾਇਆ। ਇਹ 19 ਸਾਲ ਦਾ ਜਿਹੜਾ ਨੌਜਵਾਨ, ਇਹ ਆਪ ਕਿਉਂਕਿ ਬਚਪਨ ਦੇ ਵਿੱਚ ਹੀ ਇਹਦੇ ਸਿਰ ਤੋਂ ਇਹਦੇ ਬਾਪ ਦਾ ਸਾਇਆ ਚਲਾ ਗਿਆ, ਔਰ ਬੜੀ ਥੋੜੀ ਜਿਹੀ ਇਹਨਾਂ ਦੇ ਕੋਲ ਜ਼ਮੀਨ ਹੈ, ਔਰ ਇੱਕ ਇਹਦੀ ਭੈਣ ਹੈ ਜਿਹਦਾ ਨਾਮ ਸੀ ਤਾਰੋ, ਉਹ ਵੀ ਵਿਧਵਾ ਹੈ, ਉਹਦੇ ਸਿਰ ਤੇ ਵੀ ਪਤੀ ਦਾ ਸਾਇਆ ਨਹੀਂ ਹੈ ਤੇ ਉਹ ਵੀ ਆਪਣੇ ਭਰਾ ਦੇ ਘਰ ਆ ਕੇ ਰਹਿ ਰਹੀ। ਜਾਨੀ ਭਾਈ ਤਾਰੂ ਸਿੰਘ ਆਪਣੀ ਬਜ਼ੁਰਗ ਮਾਤਾ ਔਰ ਆਪਣੀ ਭੈਣ ਦਾ ਇਕੱਲਾ ਹੀ ਸਹਾਰਾ ਹੈ, ਔਰ ਬੜੀ ਛੋਟੀ ਜਿਹੀ ਇਹਦੀ ਜ਼ਮੀਨ ਹੈ, ਔਰ ਉਹਦੇ ਵਿੱਚ ਖੇਤੀ ਕਰਦਾ। ਔਰ ਖੇਤੀ ਕਰਕੇ ਜਿਹੜੀ ਸਮੇਂ ਦੀ ਸਰਕਾਰ ਨੇ ਜੋ ਉਸ ਵਕਤ ਦਾ ਮਾਲੀਆ ਰੱਖਿਆ, ਟੈਕਸ ਰੱਖਿਆ, ਇਹ ਕੋਈ ਬੇਈਮਾਨੀ ਦਾ ਧਨ ਨਹੀਂ ਇਕੱਠਾ ਕਰਦਾ, ਬਲਕਿ ਉਹਦਾ ਟੈਕਸ ਵੀ ਪੂਰਾ ਦਿੰਦਾ ਹੈ। ਔਰ ਨਾਲ ਹੀ ਨਾਲੇ ਪਰਿਵਾਰ ਕੀ ਕਰਦਾ ਸਾਧ ਸੰਗਤ, ਦੇਖੋ ਗੱਲ ਵੰਡਣ ਦੀ ਕਿ ਛਕਣ ਦੀ। ਗੁਰੂ ਨਾਨਕ ਦਾ ਸਿਧਾਂਤ ਹੈ ਵੰਡ ਕੇ ਛਕਣਾ। ਬਹੁਤੀ ਵਾਰ ਸਾਡੇ ਮਨਾਂ 'ਚ ਵੀ ਖਿਆਲ ਹੁੰਦਾ ਵੀ ਸਾਡੇ ਕੋਲ ਵੀ ਕੁਛ ਹੋਵੇ ਤੇ ਅਸੀਂ ਵੀ ਵੰਡ ਕੇ ਛਕੀਏ। ਨਹੀਂ ਸਾਧ ਸੰਗਤ, ਜਦੋਂ ਵੰਡ ਕੇ ਛਕਣ ਦੀ ਗੱਲ ਆਵੇ ਤਾਂ ਬੜੀ ਛੋਟੀ ਜਿਹੀ ਚੀਜ਼ ਵੀ ਤੁਸੀਂ ਇਤਿਹਾਸ 'ਚ ਜਦੋਂ ਗੁਰੂ ਨਾਨਕ ਸਾਹਿਬ ਦੀ ਸਾਖੀ ਪੜ੍ਹਨੀ, ਵੀ ਸਿੱਧਾ ਨੇ ਗੁਰੂ ਨਾਨਕ ਸਾਹਿਬ ਨੂੰ ਇਹ ਗੱਲ ਕਹੀ ਵੀ ਜਿਹੜਾ ਤੁਹਾਡਾ ਸਿਧਾਂਤ ਹੈ ਵੰਡ ਕੇ ਛਕਣਾ, ਇਹ ਜ਼ਰੂਰੀ ਨਹੀਂ ਹੈ ਵੀ ਹਰ ਚੀਜ਼ ਤੇ ਢੁੱਕੇ। ਬੜੀਆਂ ਚੀਜ਼ਾਂ ਇੱਦਾਂ ਦੀਆਂ ਵੀ ਜਿਹੜੀਆਂ ਨਹੀਂ ਵੰਡੀਆਂ ਜਾ ਸਕਦੀਆਂ। ਤੇ ਸਤਿਗੁਰੂ ਨੇ ਕਿਹਾ ਨਹੀਂ, ਇਹ ਨਹੀਂ ਹੋ ਸਕਦਾ, ਵੀ ਤੁਹਾਡੀ ਮਨਸ਼ਾ ਦੇ ਉੱਤੇ ਡਿਪੈਂਡ ਹੈ। ਜੇ ਤੁਹਾਡੀ ਮਨਸ਼ਾ ਹੈਗੀ ਤੁਸੀਂ ਕੁਝ ਵੀ ਬਣ ਸਕਦੇ ਹੋ। ਕਹਿੰਦੇ ਨੇ ਉਸ ਵਕਤ ਉਹਨਾਂ ਨੇ ਗੁਰੂ ਨਾਨਕ ਸਾਹਿਬ ਨੂੰ ਇੱਕ ਤਿਲ ਦਿੱਤਾ ਵੀ ਤੁਸੀਂ ਇਹ ਤਿਲ ਵੰਡ ਕੇ ਦੱਸੋ। ਔਰ ਗੁਰੂ ਨਾਨਕ ਸਾਹਿਬ ਨੇ ਭਾਈ ਮਰਦਾਨਾ ਜੀ ਨੂੰ ਕਿਹਾ ਵੀ ਮਰਦਾਨਾ ਜੀ ਇਹ ਤਿਲ ਨੂੰ ਰਗੜੋ, ਔਰ ਬਾਲਟਾ ਪਾਣੀ ਦਾ ਮੰਗਾ ਕੇ ਉਹਦੇ ਵਿੱਚ ਤਿਲ ਨੂੰ ਘੋਲਤਾ, ਔਰ ਨਾਲ ਹੀ ਕਹਿਤਾ ਵੀ ਗਲਾਸ ਸਾਰਿਆਂ ਨੂੰ ਛਕਾ ਦਿਓ। ਕਹਿਣ ਤੋਂ ਭਾਵ ਸੀ ਉਸ ਕਨਸੈਪਟ ਨੂੰ ਸਮਝਣਾ। ਗੱਲ ਵੰਡ ਕੇ ਛਕਣ ਦੀ ਹੈ ਸਾਧ ਸੰਗਤ। ਕਹਿੰਦੇ ਇੱਕ ਰਾਜਾ ਜਿਹੜਾ ਨਾ ਕੰਬਲ ਬਣ ਰਿਹਾ ਹੈ, ਔਰ ਬੜੀ ਲੰਬੀ ਲਾਈਨ ਲੱਗੀ ਹੈ, ਉਹਦੇ ਵਿੱਚ ਇੱਕ ਆਦਮੀ ਖੜਾ ਹੈ ਕੰਬਲ ਲੈਣ ਵਾਸਤੇ। ਉਹ ਤੁਰਦਾ 20-25 ਮਿੰਟ, ਅੱਧੇ ਘੰਟੇ ਬਾਅਦ ਜਦੋਂ ਉਹ ਰਾਜੇ ਦੇ ਕੋਲ ਪਹੁੰਚਦਾ, ਉਹਦਾ ਨੰਬਰ ਆਉਂਦਾ ਨਾ, ਤੇ ਉਹ ਅੱਗੋਂ ਪਿੱਛੇ ਹੋ ਕੇ ਫਿਰ ਪਿਛਲੇ ਨੰਬਰ ਤੇ ਚਲਾ ਜਾਂਦਾ ਹੈ ਤੇ ਆਪਣੇ ਪਿਛਲੇ ਨੂੰ ਅੱਗੇ ਕਰ ਦਿੰਦਾ। ਫਿਰ ਤੁਰ ਕੇ ਆਉਂਦਾ, ਅੱਧੇ ਘੰਟੇ ਬਾਅਦ ਜਦੋਂ ਪਹੁੰਚਦਾ ਰਾਜੇ ਦੇ ਕੋਲ ਪਹੁੰਚਦਾ ਤੇ ਫਿਰ ਪਿੱਛੇ ਹੋ ਜਾਂਦਾ, ਫਿਰ ਪਿਛਲੇ ਨੂੰ ਅੱਗੇ ਕਰਦਾ। 2-3 ਵਾਰ ਜਦੋਂ ਇਦਾਂ ਹੋਇਆ, ਰਾਜੇ ਨੇ ਵੇਖਿਆ ਤੇ ਰਾਜੇ ਨੇ ਇੱਕ ਸਵਾਲ ਕੀਤਾ, ਕਹਿੰਦਾ ਵੀ ਤੂੰ ਮਾਨਸਿਕ ਸੰਤੁਲਨ ਤੇਰਾ ਠੀਕ ਹੈ? ਵੀ ਅੱਧੇ ਘੰਟੇ ਬਾਅਦ ਤੇਰੇ ਵਾਰੀ ਆਉਂਦੀ ਹੈ ਤੇ ਜਦੋਂ ਤੇਰੀ ਵਾਰੀ ਆਉਂਦੀ ਹੈ ਤੂੰ ਪਿੱਛੇ ਚਲਿਆ ਜਾਂਦਾ।
अपनी वारी किसी होर नूं दे दिंदा, तू किते दिमागी पागल तो नहीं है? तो उसदा जवाब सी, राजन तेरे ते मेरे च कोई बहुता ज़्यादा फर्क नहीं, जिहड़ा काम तू कर रहा मैं भी वो काम कर रहा। देख तेरे कोल पैसे हैगे, तू कंबल लिया के लोगों 'च वंड रहा, मेरे कोल पैसे तो है नहीं, तू कंबल वंडी जा रहा, इस करके मेरे कोल वंडण वास्ते कुछ नहीं, मैं तो अपनी वारी वंड रहा। जो मेरी वारी आती मैं पिछे हो के अपनी वारी वंड रहा। कहण तो भाव गल गुरु नानक का सिद्धांत कमाउण दी है, वंड के छकना। ये वास्ते जरूरी नहीं है भी तुहाडे कोल बहुत ज़्यादा धन होवे ते तुसीं वंड के छक सकदे हो। भाई तारू सिंह की भी इहो जी स्थिति सी भी बहुत ज़्यादा धन नहीं सी, कोई इन्नी जमीन नहीं सी, पर गुरु नानक के सिद्धांत ते तुरन वाला सी, वंड के छकण वाला। जदों शाम नूं प्रशादा तैयार करना तो अपने हिस्से दे विचों जिहड़े सी एक एक दो दो प्रशादे इकट्ठे करने, जिन्ना हो सके वो लंगर तैयार करके जंगल वेलियां च जिहड़े सिंह उस वक्त बैठे हुए सी ना, जिहड़े समय की जुझारू सरकार दे नाल लड़ रहे सी, उन्हां नूं जाके लंगर छकाउणा, उन्हां वास्ते कपड़ियां दा बंदोबस्त करना। और सारे पिंड च बड़ा हरमन प्यारा सी। पर हरभगत निरंजनीय ने उस वक्त ये जिहड़ी सी चुगली जाके कर दी बई जिहड़ा भाई तारू सिंह है ये समय के दुश्मनों नूं जाके जिहड़ी है ये लंगर छकांदा है। असीं सारे इतिहास सुनिया, बहुता इस पासे ना जाइए कि भाई तारू सिंह जिहड़ा उहनूं फड़ के लिआंदा जांदा है। अखीर भाई तारू सिंह के सामने जिहड़ी शर्त रखी जाती है लाहौर नखास चौक दे विच, शर्त एक है भी तैनूं माण अपने केसां ते बहुत है, तू पैर पैर ते कहना मेरी सिੱਖੀ केसां सवासां नाल निभे, कि जदों मेरे शरीर चों सवास निकल उदों तक केस जिहड़े ने इन्हां दे नाल मेरा इसे तरह प्यार बनिया रहे और मेरी सिੱਖੀ जिहड़ी है वो इन्हां ते निछावर रहे। इस करके भाई साहब नूं जिहड़ी सज़ा सुनाई जाती है वो सज़ा सी भी लाहौर नखास चौक दे विच रंबी दे नाल जिहड़ा है इन्हां दे मुंडों जड़ दे विचों जिहड़े केस ने वो पूरा खोपड़ थणे ला दिते जाण। तुसीं वेखो साध संगत, जे किते केसी इशनान करके 2 दिन 3 दिन उहदे च तेल ना लाया होवे ते अड़े बन जांदे ने ते बड़ी तकलीफ हुंदी उहनूं कढदे। पर अज दे दिन भाई साहब भाई तारू सिंह जी दे सिर दे उत्ते रंबी रख के ते जड़ों उन्हां दा खोपड़ ला दिता और बिना खोपड़ तो 22 दिन भाई साहब जिहड़े ने वो सरीरक तौर ते इस संसार दे विच जिउंदे रहे ने। सो अज उस महान शहीद का जिहड़ा शहीदी दिहाड़ा है। सत्संगत दरअसल भाई तारू सिंह तुसीं वेखो ये साडे बजुर्गां दे कमाया होया सिद्धांत सी। क्या कमाल दी एक इहदे पिछे जिहड़ा लॉजिक है घटना देखो तुसीं। भाई तारू सिंह दे नाल एक आम साखी प्रचलित है कि पट्टी दा नवाब जिहड़ा है वो सलमा नाम दी एक माशी दी धी नूं चुक के लैके जांदा। हुण तुसीं देखो पट्टी दा नवाब भी मुसलमान है, सलमा धी भी एक मुसलमान दी है, राज भी दिल्ली दे विच एक मुसलमान है, लाहौर दा गवर्नर भी एक मुसलमान है। पर जदों इंसाफ के वास्ते किसी दी दरवाजे नूं आके खड़काया जाता तो गुरु नानक दे सिख दे दरवाजे नूं खड़काया जाता। कारण की सी भी साडियां बजुर्गां ने अपने आंढ गुआंढ समाज दे विच अपनी पहचान ही एक इदां दी बना दित्ती गई सी भी दूर दूर तक लोकां नूं पता लगदा सी भी जिन्हां दे सिरां ते दस्तारां ने ना ये साडे राखे ने। इसे करके एक आम तौर पर पंजाब च लोक गाथावां प्रचलित सी भी आए ने निहंग बूआ खोल दिओ नसा, भी सिरां ते दस्तारां वाले जदों किसी दे जिस विहड़े दे विच कोई दस्तारधारी सिख बैठा होवे ना ते गैर धर्म दे लोकी मान समझदे सी, और जिस गड्डी दे विच कोई सिख बैठा होवे ना ते पूरी गड्डी अपने आप नूं सुरक्षित समझदी सी। यही कारण सी भाई तारू सिंह दे घर कोई निशान साहब नहीं सी लगा होया, कोई भाई तारू सिंह का जीवन एक निशान साहब बन चुकिया सी, चलता फिरदा निशान साहब। दूर दूर तक लोगों को पता सी भी साडी राखी करन वाला जिहड़ा है वो गुरु नानक दा सिख बैठे। इतिहास गवाए सत संगत सिख दे सिर ते दस्तार जिहड़ी सी ना ये इस गल दा प्रतीक सी कि दूरों लोगों को पता लग जाए भी इत्थे कोई दुखियां दा दर्द वंडण वाला और साडी हिफाजत करन वाला बैठा। तुसीं वेखो ना जदों असीं औरंगजेब के समय नूं पढ़ते हाँ तो हुक्म जारी होया सी कि जिन्ने भी 1669 का सी कि जिन्ने भी धार्मिक स्थान ने ढा दिते जान। और बड़े लोगों ने भी बेनती की गुरु साहब अगे कि महाराज भी जिहड़ा निशान साहब असीं लाया है ये तो दूरों पता लग जाता भी इत्थे धार्मिक स्थान है, तो क्यों ना कुछ समय लिए निशान साहब ला दिते जान, भूरे कढ़ के असीं गुरु घर बनाईए
ਤਾਂ ਕਿ ਸਮੇਂ ਦੀ ਸਰਕਾਰ ਨੂੰ ਪਤਾ ਵੀ ਨਾ ਲੱਗੇ ਤੇ ਸਾਡਾ ਕੰਮ ਵੀ ਚੱਲਦਾ ਰਹੇ। ਔਰ ਬੜੇ ਕਮਾਲ ਦਾ ਸਤਿਗੁਰੂ ਜੀ ਦਾ ਜਵਾਬ ਸੀ। ਸਤਿਗੁਰੂ ਜੀ ਕਹਿੰਦੇ ਵੀ ਇਹ ਨਿਸ਼ਾਨ ਤੇ ਲਾਈ ਇਸੇ ਵਾਸਤੇ ਨੇ ਵੀ ਦੂਰੋਂ ਲੋਕਾਂ ਨੂੰ ਪਤਾ ਲੱਗ ਜੇ ਇੱਥੇ ਦੁਖੀਆਂ ਦਾ ਦਰਦ ਵੰਡਣ ਵਾਲਾ ਬੈਠਾ ਹੈ। ਤੁਸੀਂ ਇਹ ਨਿਸ਼ਾਨ ਸਾਹਿਬ ਉਤਾਰਨ ਦੀ ਗੱਲ ਕਰਦੇ ਹੋ, ਮੈਂ ਤੇ ਕੱਲੇ ਕੱਲੇ ਸਿੱਖ ਦੇ ਸਿਰ ਤੇ ਨਿਸ਼ਾਨ ਸਾਹਿਬ ਚਲਾਉਣਾ ਚਾਹੁੰਦਾ। ਔਰ ਗੁਰੂ ਸਾਹਿਬ ਨੇ ਕੱਲੇ ਕੱਲੇ ਸਿੱਖ ਦਿਆ। ਤੁਸੀਂ ਵੇਖੋ ਜਿਹੜੇ ਨਿਹੰਗ ਸਿੰਘ ਦਸਤਾਰਾਂ ਦੇ ਉੱਤੇ ਫਰਲਾ ਛੱਡਦੇ ਨੇ ਨਾ, ਫਰਲਾ ਕੀ ਹੈ? ਇਹ ਉਸ ਵਕਤ ਦੀ ਸਾਡੀ ਪਰੰਪਰਾ ਸੀ ਵੀ ਫਰਲਾ ਛੱਡ ਕੇ ਫਰਲਾ ਲਹਿਰਾਉਣਾ, ਦੂਜਿਆਂ ਨੂੰ ਪਤਾ ਲੱਗ ਜਾਂਦਾ ਸੀ ਵੀ ਇਹ ਤੁਰਦਾ ਫਿਰਦਾ ਨਿਸ਼ਾਨ ਸਾਹਿਬ ਹੈ। ਸਿੱਖ ਇੱਕ ਚੱਲਦਾ ਫਿਰਦਾ ਗੁਰਦੁਆਰਾ ਹੈ। ਸਿੱਖ ਦਾ ਜੀਵਨ ਕਿਰਦਾਰ ਇੱਕ ਗੁਰਦੁਆਰਾ। ਇਸੇ ਕਰਕੇ ਤੇ ਭਾਈ ਜਦੋਂ ਸ਼੍ਰੀਲੰਕਾ ਦੇ ਰਾਜਾ ਸ਼ਿਵਨਾਥ ਦੇ ਦਰਬਾਰ ਦੇ ਵਿੱਚ ਭਾਈ ਮਰਸੁਖ ਜੀ ਜਾਂਦੇ ਨੇ ਤੇ ਉਹਨਾਂ ਦਾ ਜੀਵਨ ਇੱਕ ਜਿਹੜਾ ਸੀ ਨਾ, ਉਹ ਤੁਰਦਾ ਫਿਰਦਾ ਗੁਰਦੁਆਰਾ ਤੇ ਪ੍ਰਚਾਰਕ ਸੀ, ਜਿਹਨੂੰ ਦੇਖ ਕੇ ਰਾਜੇ ਸ਼ਿਵਨਾਥ ਦਾ ਜੀਵਨ ਬਦਲ ਗਿਆ। ਇਸ ਕਰਕੇ ਸਾਧ ਸੰਗਤ ਭਾਈ ਸਾਹਿਬ ਭਾਈ ਤਾਰੂ ਸਿੰਘ ਜਿਹੜੇ ਨੇ ਨਾ, ਉਹਨਾਂ ਦਾ ਜੀਵਨ ਕਿਰਦਾਰ ਇਦਾਂ ਦਾ ਸੀ ਕਿ ਉਹਨਾਂ ਦੀ ਸ਼ਹਾਦਤ ਦੇ ਉੱਤੇ ਹਰ ਇੱਕ ਧਰਮ ਦੇ ਲੋਕਾਂ ਨੇ, ਤੁਸੀਂ ਵੇਖੋ ਭਾਈ ਤਾਰੂ ਸਿੰਘ ਜੀ ਦੇ ਨਾਲ ਉਹਨਾਂ ਦੀ ਭੈਣ ਵੀ ਗ੍ਰਿਫਤਾਰ ਕੀਤੀ ਗਈ ਸੀ, ਪਰ ਸਾਰਾ ਪਿੰਡ ਇਕੱਠਾ ਹੋ ਗਿਆ, ਕਿਆ ਹਿੰਦੂ ਕਿਆ ਮੁਸਲਮਾਨ। ਉਹਨਾਂ ਕਿਹਾ ਵੀ ਇਹ ਨਹੀਂ ਹੋ ਸਕਦਾ ਵੀ ਜਿਹੜਾ ਸਿੱਖ ਦੂਜਿਆਂ ਦੀਆਂ ਧੀਆਂ ਭੈਣਾਂ ਬਹੁ ਬੇਟੀਆਂ ਦੀ ਪੱਤ ਬਚਾਉਂਦਾ ਹੋਵੇ, ਉਸ ਸਿੱਖ ਦੀ ਧੀ ਭੈਣ ਦੇ ਉੱਤੇ ਕੋਈ ਹੱਥ ਨਹੀਂ ਪਾ ਸਕਦਾ। ਇਸ ਕਰਕੇ ਇਹ ਕਿਰਦਾਰ ਸੀ ਕਿ ਦੁਨੀਆ ਦੇ ਲੋਕੀ ਜਿਹੜੇ ਸੀ ਇਸ 18 ਸਾਲ ਦੀ ਗੱਭਰੂ ਦੀ ਨਾਲ ਆ ਕੇ ਖੜੇ ਹੋਏ। ਉਹ ਗੱਲ ਵੱਖਰੀ ਹੈ ਵੀ ਇਹ ਭਾਈ ਸਾਹਿਬ ਦੀ ਸੋਚ ਨਹੀਂ ਸੀ ਕਿ ਹੁਣ ਜਿਹੜੀ ਭੱਠੀ, ਜਿਹੜੀ ਅੱਗ ਦੀ ਭੱਠੀ ਬਲ ਚੁੱਕੀ ਹੈ ਨਾ, ਜੇ ਇਹਨੂੰ ਠੰਡਾ ਕਰਨਾ, ਇਹਨੂੰ ਠੰਡਾ ਕਰਨ ਦੇ ਵਾਸਤੇ ਖੂਨ ਦਾ ਛਿੜਕਾਵ ਕਰਨਾ ਜ਼ਰੂਰੀ ਹੈ। ਔਰ ਭਾਈ ਸਾਹਿਬ ਜੀ ਦੀ ਰਜ਼ਾ ਅਨੁਸਾਰ ਇਹ ਸ਼ਹਾਦਤ ਹੋਈ। ਪਰ ਸਾਡੇ ਲਈ ਇੱਕ ਚਾਨਣ ਮੁਨਾਰਾ ਪਾ ਗਏ ਨੇ ਕਿ ਸਿੱਖਾ ਤੇਰੇ ਕੋਲ ਕੁਛ ਵੀ ਨਾ ਹੋਵੇ, ਜੇ ਗੁਰੂ ਨਾਨਕ ਦਾ ਸਿਧਾਂਤ ਤੇਰੇ ਕੋਲ ਹੈ ਨਾ, ਜੇ ਗੁਰੂ ਨਾਨਕ ਦੀ ਵਿਚਾਰਧਾਰਾ ਦੀ ਇੱਕ ਵੀ ਕੋਈ ਗੱਲ ਤੂੰ ਆਪਣੇ ਜੀਵਨ 'ਚ ਕਮਾਈ ਹੈ ਨਾ, ਤੇ ਸਾਰੀ ਦੁਨੀਆ ਜਿਹੜੀ ਹੈ ਨਾ, ਉਹ ਤੇਰੇ ਤੇ ਮਾਣ ਹੈ, ਤੇਰੇ ਤੇ ਮਾਣ ਕਰਦੀ ਰਹੇਗੀ। ਔਰ ਇਹੀ ਕਾਰਨ ਸੀ ਕਿ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਨੇ ਸਾਧ ਸੰਗਤ ਉਹਨਾਂ ਲੋਕਾਂ ਦੀ, ਉਹ ਜਿਹੜੇ ਜੰਗਲਾਂ ਵੇਲਿਆਂ ਦੇ ਵਿੱਚ ਰਹਿ ਰਹੇ ਸੀ, ਉਹਨਾਂ ਦੀ ਲੰਗਰ ਪਾਣੀ ਦਾ ਬੰਦੋਬਸਤ ਕਰਦਿਆਂ ਆਪ ਜਿਹੜੇ ਹੈ ਉਹ ਸ਼ਹਾਦਤ ਪ੍ਰਾਪਤ ਕੀਤੀ ਹੈ ਲਾਹੌਰ ਨਖਾਸ ਚੌਕ ਦੇ ਵਿੱਚ। ਔਰ ਮੈਂ ਵੀ ਕਲੀਅਰ ਕਰਦਿਆਂ ਵੀ ਲਾਹੌਰ ਨਖਾਸ ਚੌਕ 'ਚ ਹੀ ਸਾਰੀਆਂ ਸ਼ਹਾਦਤਾਂ ਕਿਉਂ ਹੁੰਦੀਆਂ ਨੇ, ਕਿਉਂਕਿ ਸਾਧ ਸੰਗਤ ਦਰਅਸਲ ਉਹਨਾਂ ਸਮਿਆਂ ਦੇ ਵਿੱਚ ਕੋਈ ਅੱਜ ਦੀ ਤਰ੍ਹਾਂ ਇੰਨਾ ਮਾਧਿਅਮ ਨਹੀਂ ਸੀ, ਨਾ ਕੋਈ ਸੋਸ਼ਲ ਮੀਡੀਆ ਸੀ, ਨਾ ਇੱਦਾਂ ਦਾ ਇੰਟਰਨੈਟ ਦਾ ਯੁੱਗ, ਨਾ ਟੈਲੀਫੋਨ। ਤੇ ਆਪਣੀ ਗੱਲ ਦੁਨੀਆ ਦੇ ਕੋਨੇ ਵਿੱਚ ਪਹੁੰਚਾਉਣ ਵਾਸਤੇ ਜੇ ਕੋਈ ਮਾਧਿਅਮ ਸੀ ਤੇ ਉਹ ਇਹੀ ਸੀ ਵੀ ਜਿੱਥੇ ਬਹੁਤ ਜ਼ਿਆਦਾ ਇਕੱਠ ਹੁੰਦਾ ਸੀ ਤੇ ਲੋਕੀ ਉੱਥੇ ਇਹ ਕੰਮ ਕਰਦੇ ਸੀ ਤਾਂ ਕਿ ਵੱਧ ਤੋਂ ਵੱਧ ਲੋਕਾਂ ਦੇ ਦੁਆਰਾ ਇਹ ਗੱਲ ਪ੍ਰਚਾਰੀ ਜਾਏ ਔਰ ਦੁਨੀਆ 'ਚ ਸਾਡੀ ਦਹਿਸ਼ਤ ਪਵੇ। ਔਰ ਨਖਾਸ ਚੌਕ ਇੱਕ ਸਭ ਤੋਂ ਵੱਡੀ ਉਸ ਵਕਤ ਦੀ ਇੰਟਰਨੈਸ਼ਨਲ ਟ੍ਰੇਡਮਾਰਕ ਸੀ, ਜਿਹੜੀ ਘੋੜਿਆਂ ਦੀ ਮੰਡੀ। ਬੜੇ ਬੜੇ ਵੱਖਰੇ ਦੇਸ਼ਾਂ ਤੋਂ ਲੋਕੀ ਵਪਾਰੀ ਉੱਥੇ ਘੋੜੇ ਖਰੀਦਣ ਵਾਸਤੇ, ਵੇਚਣ ਵਾਸਤੇ ਆਉਂਦੇ ਸੀ। ਔਰ ਇਸੇ ਕਰਕੇ ਸ਼ਹਾਦਤਾਂ ਉੱਥੇ ਹੁੰਦੀਆਂ ਸੀ ਕਿ ਤਾਂ ਕਿ ਜਿਹੜਾ ਵੀ ਕੋਈ ਇੱਥੇ ਆਵੇ ਉਹ ਇਸ ਭਿਆਨਕ ਦ੍ਰਿਸ਼ ਨੂੰ ਦੇਖ ਆਪਣੇ ਇਲਾਕੇ ਦੇ ਵਿੱਚ ਜਾ ਕੇ ਪ੍ਰਚਾਰ ਕਰੇ ਔਰ ਸਾਡੀ ਦਹਿਸ਼ਤ ਵਧੇ। ਇਸ ਕਰਕੇ ਜਿੰਨੀਆਂ ਵੀ ਸ਼ਹਾਦਤਾਂ ਹੋਈਆਂ ਲਾਹੌਰ ਦੇ ਨਖਾਸ ਚੌਕ ਦੇ ਵਿੱਚ 1745 ਦੇ ਵਿੱਚ ਭਾਈ ਸਾਹਿਬ ਭਾਈ ਤਾਰੂ ਸਿੰਘ ਦੀ ਲਾਸਾਨੀ ਸ਼ਹਾਦਤ ਹੁੰਦੀ ਹੈ। ਤੇ ਉਸ ਤੋਂ ਬਾਅਦ ਸਾਧ ਸੰਗਤ ਇਹ ਜ਼ਾਲਮ ਰਾਜ ਦੀ ਭੱਠੀ ਦੇ ਵਿੱਚ, ਕਿਉਂਕਿ ਉਹ ਜਦੋਂ ਵੀ ਖੂਨ ਡੁੱਲਦਾ ਹੈ, ਭਾਈ ਤਾਰੂ ਸਿੰਘ ਦੀ ਸ਼ਹਾਦਤ ਤੋਂ ਬਾਅਦ ਫਿਰ ਉਹ ਸਮਾਂ ਆਇਆ ਜਦੋਂ ਸਿੱਖਾਂ ਨੇ ਆਪਣਾ ਰਾਜ ਕਾਇਮ ਕੀਤਾ। ਸੋ ਅੱਜ ਕੇਵਲ ਅਸੀਂ ਇਹੀ ਸਮਝ ਕੇ ਨਾ ਘਰਾਂ ਨੂੰ ਪਰਤ ਜਾਈਏ ਵੀ ਗੁਰਦੁਆਰਿਆਂ 'ਚ ਜਾ ਕੇ ਅੱਜ ਜਿਹੜੀ ਹੈ ਸਾਵਣ ਦੀ ਸੰਗਰਾਂਦ ਹੈ, ਸਾਧ ਸੰਗਤ ਉੱਥੇ ਅੱਜ ਇਸ ਮਹਾਨ ਯੋਧੇ ਦਾ ਸ਼ਹੀਦੀ ਦਿਹਾੜਾ ਹੈ। ਆਓ 1 ਮਿੰਟ 2 ਮਿੰਟ ਕੱਢ ਕੇ ਆਪਣੇ ਬੱਚਿਆਂ ਨੂੰ ਜ਼ਰੂਰ ਗੋਦੀ ਵਿੱਚ ਬਿਠਾ ਕੇ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਦਾ ਲਾਸਾਨੀ ਸ਼ਹਾਦਤ ਦਾ ਇਤਿਹਾਸ ਜ਼ਰੂਰ ਸੁਣਾਈਏ, ਤਾਂ ਕਿ ਸਾਡੇ ਬੱਚਿਆਂ ਨੂੰ ਇਹਨਾਂ ਕੇਸਾਂ ਦੀ ਅਹਿਮੀਅਤ ਦਾ ਪਤਾ ਲੱਗ ਜੇ ਕਿ ਭਾਈ ਤਾਰੂ ਸਿੰਘ ਦੇ ਸਿਰ ਦੇ ਉੱਤੇ ਲੰਬਾ ਚੱਲ ਪਿਆ, ਪਰ ਉਹਨੇ ਆਪਣੇ ਕੇਸ ਦਾ ਕਤਲ ਨਹੀਂ ਕੀਤੇ। ਪਰ ਅੱਜ ਜਦੋਂ ਸੁੰਦਰਤਾ ਦੇ ਨਾਮ ਤੇ ਕੁਝ ਸਾਡੇ ਵੀਰ, ਕੁਝ ਭੈਣਾਂ ਕੇਸਾਂ ਦਾ ਘਾਣ ਕਰਦੇ ਨੇ, ਤੇ ਸ਼ਾਇਦ ਕਿਤੇ ਭਾਈ ਤਾਰੂ ਸਿੰਘ ਨੂੰ ਇੱਦਾਂ ਅਹਿਸਾਸ ਹੁੰਦਾ ਹੋਵੇ ਵੀ ਜ਼ਕਰੀਆ ਖਾਨ ਦੇ ਹੁਕਮ ਦੇ ਨਾਲ ਖੋਪੜ ਲਵਾ ਦਿੱਤਾ ਗਿਆ ਸੀ, ਪਰ ਅੱਜ ਆਪਣੇ ਹੀ ਵਾਰਸ ਭਾਈ ਤਾਰੂ ਸਿੰਘ ਦੀਆਂ ਆਂਦਰਾਂ ਜਿਹੜੀਆਂ ਨੇ ਉਹਦਾ ਕਤਲ ਕਰੀ ਜਾਂਦੇ ਨੇ। ਆਓ ਕੋਸ਼ਿਸ਼ ਕਰੀਏ ਇਸ ਮਹਾਨ ਸ਼ਹੀਦ ਦੇ ਸ਼ਹੀਦੀ ਦਿਹਾੜੇ ਤੋਂ ਸੰਦੇਸ਼ ਲੈ ਕੇ ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਈਏ ਔਰ ਇਹਨਾਂ ਕੇਸਾਂ ਨੂੰ ਜਿਹੜਾ ਹੈ ਉਹ ਇਸੇ ਤਰ੍ਹਾਂ ਸਾਬਤ ਸੁਰਤ ਰੱਖੀਏ। ਇਤਨੀਆਂ ਵਿਚਾਰਾਂ ਪ੍ਰਵਾਨ, ਕੁੱਲ ਗਲਤੀ ਦੀ ਖਿਮਾ ਦਿਓ ਸੀਸ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।